ਸਰ ਤੁਹਾਨੂੰ ਵੀ ਲੋੜ ਪੈ ਗਈ ਵਕੀਲਾਂ ਨੂੰ ਪ੍ਰੋਟੈਕਸ਼ਨ ਦੀ ਕੀ ਗੱਲ? ਜਿਹਦੇ ਵਿੱਚ ਕਈ ਵਕੀਲਾਂ ਦੇ ਮਰਡਰ ਹੋ ਗਏ ਜੀ, ਪਰਿਵਾਰ ਪਿੱਛੇ ਵਿਡੋ ਹੋ ਗਈਆਂ, ਬੱਚੇ ਲਵਾਰਿਸ ਹੋ ਗਏ ਜੀ। ਤੇ ਸਾਨੂੰ ਬੜੇ ਮਜਬੂਰਨ ਸਰਕਾਰ ਦੇ ਸਮਕਸ਼ ਐਕਟ ਜਾਂ ਬਿੱਲ ਲੈ ਕੇ ਆਉਣਾ ਪਿਆ। ਪੰਜਾਬ ਦੇ ਵਿੱਚ ਤਕਰੀਬਨ 70,000 ਵਕੀਲ ਨੇ, ਤਾਂ ਉਹਨਾਂ ਨੂੰ ਇਸ ਦੀ ਪ੍ਰੋਟੈਕਸ਼ਨ ਮਿਲੂਗੀ। ਐਟਲੀਸਟ ਆਪਦਾ ਕੰਮ ਦੇ ਵਿੱਚ ਲਾਈਨ ਆਫ ਡਿਊਟੀ ਦੇ ਵਿੱਚ ਉਹ ਬੇਝਿਜਕ ਕੰਮ ਕਰ ਸਕਦੇ। ਜੇ ਸਾਨੂੰ ਪ੍ਰੋਟੈਕਸ਼ਨ ਨਹੀਂ ਹੋਊਗੀ ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ, ਇਹ ਪ੍ਰੀਐਂਬਲ ਕਹਿੰਦਾ ਸਾਡੇ ਸੰਵਿਧਾਨ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਅੱਜ ਸਾਡੇ ਨਾਲ ਬੈਠੇ ਨੇ ਸੁਵੀਰ ਸਿੱਧੂ। ਅਸੀਂ ਇਹਨਾਂ ਕੋਲ ਅੱਜ ਆਏ ਹਾਂ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਖਾਸ ਕਰਕੇ ਗੱਲ ਜਿਹੜੀ ਹਾਈਲਾਈਟ ਹੋਈ ਹੈ ਉਹ ਇਹ ਹੈਗੀ ਹੈ ਕਿ ਵਕੀਲ ਵੀ ਹੁਣ ਪ੍ਰੋਟੈਕਸ਼ਨ ਮੰਗ ਰਹੇ ਨੇ। ਵਕੀਲਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ। ਕਹਿੰਦੇ ਨੇ ਕਿ ਸਰਕਾਰਾਂ ਜਿਹੜੀਆਂ ਸਾਨੂੰ ਪ੍ਰੋਟੈਕਟ ਕਰਨ, ਤੇ ਸਾਡੇ ਤੇ ਵੀ ਅਟੈਕਸ ਹੁੰਦੇ ਨੇ, ਸਾਨੂੰ ਵੀ ਆਪਣੇ ਕੰਮ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੰਮ ਕਰਨ ਦੇ ਵਿੱਚ। ਇਸ ਕਰਕੇ ਸਰਕਾਰਾਂ ਜਿਹੜੀਆਂ ਨੇ ਉਹ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਣ ਤੇ ਉਹਦੇ ਬਾਅਦ ਐਕਟ ਬਣਾਉਣ, ਲਾਇਰਸ ਐਕਟ ਬਣਾਉਣ, ਐਡਵੋਕੇਟ ਐਕਟ ਬਣਾਉਣ। ਇਹਦੇ ਲਈ ਉਹ ਗੁਹਾਰ ਲਾ ਰਹੇ ਨੇ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਗੱਲਬਾਤ ਕਰਦੇ ਹਾਂ ਸੁਵੀਰ ਜੀ ਨਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਰ ਤੁਹਾਨੂੰ ਵੀ ਲੋੜ ਪੈ ਗਈ ਵਕੀਲਾਂ ਨੂੰ ਪ੍ਰੋਟੈਕਸ਼ਨ ਦੀ ਕੀ ਗੱਲ? ਨਹੀਂ ਜੀ, ਸਾਡੇ ਨਾ ਅਸਲ 'ਚ ਅਸੀਂ ਇਹ ਗੱਲ ਕਹਿਣੀ ਨਹੀਂ ਸੀ, ਪਰ ਸਾਡੇ ਪਿਛਲੇ ਕਾਫੀ ਸਾਲਾਂ ਤੋਂ ਨਾ ਸਾਨੂੰ ਰਿਪੋਰਟਡ ਇੰਸਟੈਂਟਸ ਆ ਰਹੇ ਜਿਹਦੇ ਵਿੱਚ ਕਈ ਵਕੀਲਾਂ ਦੇ ਮਰਡਰ ਹੋ ਗਏ ਜੀ, ਪਰਿਵਾਰ ਪਿੱਛੇ ਵਿਡੋ ਹੋ ਗਈਆਂ, ਬੱਚੇ ਲਵਾਰਿਸ ਹੋ ਗਏ ਜੀ। ਤੇ ਉਸ ਤੋਂ ਬਾਅਦ ਕਈਆਂ ਦੇ ਘਰੇ ਅਟੈਕ ਹੋ ਗਏ, ਕਈਆਂ ਕੋਰਟ ਦੇ ਵਿੱਚ ਲਾਈਨ ਆਫ ਡਿਊਟੀ 'ਚ ਅਟੈਕ, ਕਈਆਂ ਦੀ ਗੱਡੀਆਂ ਅਟੈਕ ਹੋ ਜਾਂਦੀਆਂ। ਤਾਂ ਸਾਨੂੰ ਬੜੇ ਮਜਬੂਰਨ ਸਰਕਾਰ ਦੇ ਸਮਕਸ਼ ਐਕਟ ਜਾਂ ਬਿੱਲ ਲੈ ਕੇ ਆਉਣਾ ਪੈ ਰਿਹਾ। ਸਰ ਜਿਹੜੇ ਪੰਜਾਬ ਤੇ ਹਰਿਆਣਾ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕਿੰਨੇ ਕੁ ਤੁਹਾਡੇ ਸਾਹਮਣੇ ਜਿਹੜੇ ਨੇ ਇੱਦਾਂ ਦੇ ਮਤਲਬ ਕਿ ਸਵੇਅਰ ਟਾਈਪ ਦੇ ਕੋਈ ਇਨਸੀਡੈਂਟਸ ਆਏ ਹੈ? ਕਿਉਂਕਿ ਇਨਸੀਡੈਂਟ ਆਉਣਗੇ ਤਾਂ ਡੈਫੀਨੇਟਲੀ ਤੁਹਾਡੇ ਕੋਲ ਤਾਂ ਰਿਪੋਰਟ ਹੋਣਗੇ ਹੀ, ਤੁਸੀਂ ਚੇਅਰਮੈਨ ਹੈਗੇ ਹੋ ਬਾਰ ਕਾਉਂਸਲ ਦੇ। ਤੇ ਦੂਸਰੀ ਵੱਡੀ ਗੱਲ ਇਹ ਹੈਗੀ ਹੈ ਕਿ ਕਿੰਨੇ ਟੋਟਲ ਵਕੀਲ ਨੇ ਜਿਹੜੇ ਕਿ ਇਸ ਪ੍ਰੋਟੈਕਸ਼ਨ ਬਿੱਲ ਜੇ ਆਉਂਦਾ, ਐਕਟ ਬਣਦਾ, ਉਹਦੇ ਬਾਅਦ ਉਹਦੇ ਅੰਡਰ ਮਤਲਬ ਕਿ ਉਹਦੇ ਕਵਰ 'ਚ ਆਉਂਦੇ ਆ? ਜੀ, ਤੁਹਾਡਾ ਫਰਸਟ ਕੁਐਸਚਨ ਤਾਂ ਉਹਦੇ ਰਿਗਾਰਡਿੰਗ ਇਹ ਹੈ ਜੀ ਕਿ ਸਾਨੂੰ ਰੀਸੈਂਟਲੀ 2023 ਦੇ ਵਿੱਚ ਜੇ ਤੁਸੀਂ ਪੜ੍ਹੋ ਨਿਊਜ਼ ਤਾਂ 2 ਰਿਪੋਰਟਡ ਕੇਸਿਸ ਨੇ। ਇੱਕ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਇੱਕ ਦਿੱਲੀ ਦੇ ਵਿੱਚ ਹੈ, ਜਿੱਥੇ ਐਡਵੋਕੇਟ ਦੀ ਡੈਥ ਹੋ ਗਈ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਸਾਨੂੰ ਤੁਸੀਂ ਇਹ ਲਾ ਲਓ 2022 ਤੋਂ 23 ਜੇ ਮੈਂ 1 ਸਾਲ ਗਿਣਾ ਤਾਂ ਸਾਨੂੰ ਤਕਰੀਬਨ 200 ਜਾਂ 250 ਇਹੋ ਜਿਹੇ ਕੇਸ ਆਏ ਹੋਣੇ ਆ, ਜਿਹਦੇ 'ਚ ਸੰਗੀਨ ਜਿਹੜੇ ਕੇਸਿਸ ਹੋਣੇ ਆ ਉਹ 50 ਤੋਂ 60 ਹੋਣੇ, ਜਿਹਦੇ ਕਰਕੇ ਸਾਨੂੰ ਤਾਂ ਰੈਗੂਲਰਲੀ ਹਰ ਤੀਜੇ ਚੌਥੇ ਦਿਨ SOS ਆਉਂਦਾ ਹੈ ਕਿਸੇ ਐਡਵੋਕੇਟ ਦਾ। ਅਸੀਂ ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਕਰਦੇ ਹਾਂ, ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਐਕਟ ਆਫ ਵਾਇਲੈਂਸ ਹੁੰਦੀ ਰਹਿੰਦੀ ਹੈ। ਤੇ ਜੇ ਐਡਵੋਕੇਟ ਬਿੱਲ ਪਾਸ ਹੋ ਜਾਂਦਾ ਹੈ, ਤੁਹਾਡਾ ਸੈਕਿੰਡ ਸਵਾਲ ਇਹ ਸੀਗਾ, ਤਾਂ ਉਹ ਪੰਜਾਬ ਦੇ ਵਿੱਚ ਤਕਰੀਬਨ 70,000 ਵਕੀਲ ਨੇ, ਤਾਂ ਉਹਨਾਂ ਨੂੰ ਇਸ ਦੀ ਪ੍ਰੋਟੈਕਸ਼ਨ ਮਿਲੂਗੀ। ਐਟਲੀਸਟ ਆਪਦਾ ਕੰਮ ਦੇ ਵਿੱਚ ਲਾਈਨ ਆਫ ਡਿਊਟੀ ਦੇ ਵਿੱਚ ਉਹ ਬੇਝਿਜਕ ਕੰਮ ਕਰ ਸਕਦੇ ਆ। ਤੇ ਹਰਿਆਣੇ ਦੇ ਵਿੱਚ ਤਕਰੀਬਨ 66,000 ਵਕੀਲ ਨੇ, ਉਹ ਵੀ ਇਸੇ ਐਕਟ ਦੇ ਤਹਿਤ ਪ੍ਰੋਟੈਕਸ਼ਨ ਅੰਬਰੇਲਾ ਦੇ ਵਿੱਚ ਬਾਈ ਵੇ ਆਫ ਲੈਜਿਸਲੇਸ਼ਨ ਆ ਸਕਦੇ। ਸਰ ਜਿੱਥੋਂ ਤੱਕ ਗੱਲ ਕੀਤੀ ਜਾਏ ਤਾਂ ਜੁਡੀਸ਼ਰੀ ਕਾਫੀ ਜ਼ਿਆਦਾ ਜਿਹੜਾ ਹੈ ਸਟਰੋਂਗ ਪਿਲਰ ਮੰਨਿਆ ਜਾਂਦਾ ਹੈ। ਜੇ ਅਸੀਂ ਗੱਲ ਕਰੀਏ 4 ਪਿਲਰਸ ਦੀ, ਤੇ ਉਹਦੇ ਵਿੱਚ ਜਦੋਂ ਜੁਡੀਸ਼ਰੀ ਦੇ ਵਿੱਚ ਕੰਮ ਕਰ ਰਹੇ, ਖਾਸ ਕਰਕੇ ਤੁਸੀਂ ਸਾਰੇ ਲਾਅ ਆਫਿਸਰਸ ਜਾਂ ਆਫਿਸਰਸ ਦੀ ਕੈਟੇਗਰੀ 'ਚ ਹੁੰਦੇ ਹੋ, ਉਹਦੇ ਬਾਵਜੂਦ ਤੁਹਾਨੂੰ ਵੀ ਇੱਦਾਂ ਦੀ ਪ੍ਰੋਟੈਕਸ਼ਨ ਦੀ ਲੋੜ ਪੈ ਜਾਂਦੀ ਹੈ, ਤਾਂ ਫਿਰ ਆਮ ਬੰਦੇ ਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਕਿਉਂਕਿ ਇਹ ਵੱਡੀ ਗੱਲ ਹੈਗੀ। ਡੈਫੀਨੇਟਲੀ ਲਾਈਨ ਆਫ ਡਿਊਟੀ ਤੁਹਾਡੀ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਿਹਦੇ ਵਿੱਚ ਚੈਲੰਜਸ ਬਹੁਤ ਜ਼ਿਆਦਾ ਨੇ ਆਲਰੇਡੀ, ਮਤਲਬ ਕਿ ਕਿਉਂਕਿ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ, ਖਾਸ ਕਰਕੇ ਕ੍ਰਿਮੀਨੋਲੋਜੀ 'ਚ ਜਿਹੜੇ ਵੀ ਲਾਇਰਸ ਕੰਮ ਕਰਦੇ ਨੇ ਉਹਨਾਂ ਨੂੰ ਹਰ ਤਰੀਕੇ ਦੇ ਕੇਸਿਸ ਲੈਣੇ ਪੈਂਦੇ ਆ, ਗੈਂਗਸਟਰਸ ਤੋਂ ਲੈ ਕੇ ਕ੍ਰਿਮੀਨਲਸ ਤੋਂ ਲੈ ਕੇ ਆਲ ਕਾਈਂਡ ਆਫ ਸਟਫ। ਤੇ ਉਹਦੇ ਵਿੱਚ ਥੋੜੀ ਦਿੱਕਤ ਤਾਂ ਹੈ, ਬਟ ਈਵਨ ਦੈਨ ਜੇ ਵਕੀਲਾਂ ਨੂੰ ਵੀ ਪ੍ਰੋਟੈਕਸ਼ਨ ਦੀ ਲੋੜ ਪੈਗੀ ਤੇ ਫਿਰ ਆਮ ਬੰਦਾ ਕਿੱਥੇ ਗੁਹਾਰ ਲਾਏਗਾ? ਨਹੀਂ ਜੀ, ਆਮ ਬੰਦੇ ਲਈ ਹਰ ਚੀਜ਼ ਦੀ ਪ੍ਰੋਟੈਕਸ਼ਨ ਹੈਗੀ, ਪਰ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਆ, ਜਿਵੇਂ ਤੁਸੀਂ ਧਿਆਨ ਦਿੱਤਾ ਹੋਣਾ ਹੈ ਕੋਵਿਡ ਦੇ ਟਾਈਮ ਤੇ ਜਦ ਬਹੁਤ ਜ਼ਿਆਦਾ ਡਾਕਟਰਾਂ ਦੀ ਲੋੜ ਪੈ ਗਈ ਸੀ, ਮੈਡੀਕਲ ਇੰਸਟੀਟਿਊਸ਼ਨਸ ਦੀ ਲੋੜ ਪੈ ਗਈ ਸੀ, ਉਦੋਂ ਸਰਕਾਰ ਨੇ ਇੱਕ ਬਿੱਲ ਬਣਾਇਆ ਸੀਗਾ ਕਿ ਡੈਮੇਜ, ਉਦੋਂ ਕਈ ਵਾਰੀ ਐਕਟ ਆਫ ਵਾਇਲੈਂਸ ਹੋ ਜਾਂਦੀ ਸੀ, ਲੋਕ ਕਿਉਂਕਿ ਫਰਸਟ੍ਰੇਟ ਹੋ ਜਾਂਦੇ ਸੀ, ਟਾਈਮਲੀ ਨਹੀਂ ਮਿਲਦਾ ਸੀ। ਤਾਂ ਸਾਡਾ ਜਿਹੜਾ ਕੰਮ ਹੈ, ਜਿਹੜਾ ਲਾਈਨ ਆਫ ਵਰਕ ਹੈ, ਉਹਦੇ 'ਚ ਉਹ ਸਾਡੇ ਕੋਲੇ ਪੀੜਿਤ ਬੰਦਾ ਹੀ ਆਉਂਦਾ। ਤੇ ਜਿਹੜਾ ਕੋਰਟ ਦੇ ਵਿੱਚ ਇੱਕ ਵਾਰੀ ਚਲਾ ਗਿਆ, ਉਹਨੂੰ ਉਹ ਜਾਂ ਤਾਂ ਡਿਸਗਰੰਟਲਡ ਹੁੰਦਾ ਕਿਉਂਕਿ ਕਿਸੇ ਨਾ ਕਿਸੇ ਨੇ ਤਾਂ ਕੇਸ ਜਿੱਤਣਾ, ਕਿਸੇ ਨੇ ਹਾਰਨਾ, ਤੇ ਕਿਸੇ ਨਾ ਕਿਸੇ ਦੀ ਲਾਈਫ ਐਟ ਸਟੇਕ ਹੈ। ਕੋਰਟਾਂ ਦੇ ਵਿੱਚ ਤਾਂ ਉਹੀ ਲੋਕ ਜਾਂਦੇ ਨੇ ਜਿਨ੍ਹਾਂ ਦੀ ਲਾਈਫ ਐਟ ਸਟੇਕ ਹੁੰਦੀ ਹੈ। ਤਾਂ ਸਾਡੇ ਕੋਲ ਸਟੇਕਸ ਬਹੁਤ ਹਾਈ ਹੁੰਦੇ ਲੋਕਾਂ ਦੇ, ਪਰਸਨਲ, ਪ੍ਰੋਫੈਸ਼ਨਲ, ਜਿਹੜੀ ਕਈਆਂ ਦੀ ਤਾਂ ਲਾਈਫ ਵੀ ਇਫੈਕਟ ਹੋ ਜਾਂਦੀ ਇਹਦੇ ਨਾਲ। ਤੇ ਜਦ ਅਸੀਂ ਐਡੀ ਸੈਂਸੇਸ਼ਨਲ ਚੀਜ਼ਾਂ ਹੈਂਡਲ ਕਰ ਰਹੀ ਹੋਈਏ, ਇੰਨੀ ਸੈਂਸਿਟਿਵ ਇਸ਼ੂਜ਼ ਹੈਂਡਲ ਕਰ ਰਹੀ ਹੋਈਏ, ਤਾਂ
ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਆਮ ਪਬਲਿਕ ਤੋਂ ਹਟ ਕੇ ਦੇਖਿਆ ਜਾ ਸਕਦਾ। ਤਾਂ ਜੱਜਸ ਲਈ ਤੇ ਈਵਨ ਸਰਕਾਰੀ ਵਕੀਲਾਂ ਲਈ, ਸਰਕਾਰੀ ਅਫਸਰਾਂ ਲਈ CRPC ਤੇ ਹੋਰ ਡਿਫਰੈਂਟ ਲੈਜਿਸਲੇਸ਼ਨਸ ਨੇ ਜਿਹੜੀਆਂ ਪ੍ਰੋਟੈਕਟ ਕਰਦੀਆਂ। ਪਰ ਅਸੀਂ ਐਂ ਕਹਿੰਦੇ ਹਾਂ, ਸਾਡੇ ਲਾਈਨ ਆਫ ਵਰਕ ਦੇ ਵਿੱਚ ਤੁਸੀਂ ਇਹ ਦੇਖ ਲਓ, ਪਿਛਲੇ 75 ਸਾਲ ਆਜ਼ਾਦੀ ਦੇ ਵਿੱਚੋਂ ਕਿੰਨੇ ਵਕੀਲ ਨੇ ਜਿਨ੍ਹਾਂ ਨੇ ਬਹੁਤ ਅਹਿਮ ਰੋਲ ਪਲੇ ਕੀਤਾ ਹੈ ਸਮਾਜਿਕ ਸੰਸਥਾਵਾਂ ਨੂੰ ਖੜਾ ਕਰਨ ਦੇ ਵਿੱਚ, ਕੇਸਾਂ ਨੂੰ ਪਲੀਡ ਕਰਨ ਦੇ ਵਿੱਚ। ਇਹੋ ਜਿਹੇ ਕਾਨੂੰਨ ਜਿਵੇਂ ਹੁਣ 24 ਅਪ੍ਰੈਲ ਆ ਰਹੀ ਹੈ 1973 ਤੋਂ ਲੈ ਕੇ 50 ਸਾਲ ਹੋ ਰਹੇ ਨੇ ਕੇਸ਼ਵਨੰਦਾ ਭਾਰਤੀ ਕੇਸ ਤੇ। ਤਾਂ ਕੇਸ਼ਵਨੰਦਾ ਭਾਰਤੀ ਦਾ ਸਾਰਾ ਰੋਲ ਹੀ ਵਕੀਲਾਂ ਦਾ ਸੀਗਾ। HM ਸੀਰਬਾਈ, ਨਾਨੀ ਪਾਲਕੀਵਾਲਾ, ਸੋਲੀ ਸਰਾਬ ਜੀ, ਸਾਰੇ ਵਕੀਲਾਂ ਨੇ ਕੀਤਾ ਸੀ, ਜਿਹਦੇ ਤੇ ਕਾਨੂੰਨੀ ਢਾਂਚਾ ਸਾਰਾ ਖੜਾ ਹੈ। ਤਾਂ ਜੇ ਉਹਨਾਂ ਦੇ ਉਹਦੇ 'ਚ ਵਕੀਲਾਂ ਦਾ ਯੋਗਦਾਨ ਨਾ ਹੁੰਦਾ, ਸ਼ਾਇਦ ਇੰਟਰਪ੍ਰੀਟੇਸ਼ਨ ਹੀ ਨਾ ਹੁੰਦੀ। ਤੇ ਜੇ ਸਾਨੂੰ ਪ੍ਰੋਟੈਕਸ਼ਨ ਨਹੀਂ ਹੋਊਗੀ ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ, ਇਹ ਪ੍ਰੀਐਂਬਲ ਕਹਿੰਦਾ ਸਾਡੇ ਸੰਵਿਧਾਨ ਦਾ। ਤੇ ਜੇ ਸਾਨੂੰ ਲਿਬਰਟੀ ਨਹੀਂ ਹੋਊਗੀ, ਜਿਵੇਂ ਰਵਿੰਦਰਨਾਥ ਟੈਗੋਰ ਜੀ ਕਹਿੰਦੇ ਹੈ, ਜੇ ਲਿਬਰਟੀ ਨਹੀਂ ਹੈ ਸੋਚਣ ਦੀ, ਤਾਂ ਜੇ ਕੰਮ ਕਰਨ ਦਾ ਉਹ ਐਕਸਪ੍ਰੈਸ਼ਨ ਦੀ ਲਿਬਰਟੀ ਨਹੀਂ ਹੈ, ਜੇ ਸੇਫਟੀ ਨਹੀਂ ਹੈ, ਜਿਹੜਾ ਕਿ ਸਰਕਾਰ ਦਾ ਧਰਮ ਹੈ, ਤਾਂ ਅਸੀਂ ਆਪਦੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਹਿਚਕਿਚਾਹਟ ਹੁੰਦੀ ਹੈ। ਇਹੋ ਜਿਹੇ ਕੇਸਾਂ ਫੜਨ ਦੇ ਵਿੱਚ ਵੀ ਹਿਚਕਿਚਾਹਟ ਹੁੰਦੀ ਹੈ ਕਿ ਇਹ ਕੇਸ ਸੰਜੀਦਾ ਹੈ ਜਾਂ ਸੈਂਸਿਟਿਵ ਕੇਸ ਹੈ, ਇਹ ਤੋਂ ਦੂਰ ਰਹੋ। ਕੈਨ ਯੂ ਜਸਟ ਐਕਸਪਲੇਨ ਇਨ ਕੋਰਟ ਕਿ ਕੋਈ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਜਾਂ ਦੂਜੇ ਸੂਬਿਆਂ, ਰਾਜਾਂ ਦੇ ਵਿੱਚ, ਸਟੇਟਸ ਦੇ ਵਿੱਚ ਕਿੱਥੇ ਐਵੇਂ ਦਾ ਪ੍ਰੋਟੈਕਸ਼ਨ ਜਿਹੜਾ ਐਕਟ ਹੈਗਾ ਉਹ ਵਕੀਲਾਂ ਦੇ ਲਈ ਬਣਿਆ, ਔਰ ਉਹਦੇ ਜਿਹੜੀਆਂ ਫੀਚਰਸ ਕੀ ਨੇ, ਕਿੰਨਾ ਲਾਈਨ ਤੇ ਬਣਿਆ ਹੈਗਾ? ਜੀ, ਤਾਂ ਹੁਣੇ ਰੀਸੈਂਟਲੀ 21 ਮਾਰਚ ਨੂੰ, ਵੈਸੇ ਪਹਿਲਾਂ ਵੀ ਕਈ ਸਟੇਟਸ ਨੇ ਲੈਜਿਸਲੇਟ ਕਰਨ ਦੇ ਵਿੱਚ ਜਾਂ ਹਾਊਸ ਟੇਬਲ ਕੀਤਾ ਇਹੋ ਜਿਹੇ ਬਿਲਸ ਪ੍ਰੋਟੈਕਸ਼ਨ ਵਾਲੇ, ਜਿਹੜੇ ਸਪੈਸੀਫਿਕਲੀ ਇਸੇ ਲਈ ਹੋਣ ਆਫਟਰ ਮਚ ਐਜੀਟੇਸ਼ਨ। ਤੇ ਹੁਣੇ ਵੀ ਰੀਸੈਂਟਲੀ 21 ਮਾਰਚ ਨੂੰ ਰਾਜਸਥਾਨ ਬਿਕੇਮ ਦੀ ਫਸਟ ਸਟੇਟ ਜਿਹਨੇ ਰਾਜਸਥਾਨ ਐਡਵੋਕੇਟਸ ਪ੍ਰੋਟੈਕਸ਼ਨ ਬਿੱਲ ਪਾਸ ਕੀਤਾ। ਉਹਦੇ ਕੁਝ ਵੈਰੀ ਬਰੀਫਲੀ ਸੇਲੀਐਂਟ ਫੀਚਰਸ ਇਹ ਨੇ ਕਿ ਐਡਵੋਕੇਟ ਦੇ ਖਿਲਾਫ ਕਿਸੇ ਵੀ ਐਕਟ ਨੂੰ ਮੰਨਿਆ ਗਿਆ ਕਿ ਵਾਇਲੈਂਟ ਐਕਟ ਹੋਊਗੀ। ਉਸ ਤੋਂ ਬਾਅਦ ਉਸ ਐਕਟ ਦੀ ਪੈਨਲਟੀ CRPC ਦੇ ਸੈਕਸ਼ਨਸ, IPC ਦੇ ਸੈਕਸ਼ਨਸ ਨਾਲੋਂ ਗਰੇਵਰ ਕੀਤੀ ਗਈ ਹੈ। ਕੰਪਨਸੇਸ਼ਨ ਦਾ ਪ੍ਰੋਵੀਜ਼ਨ ਹੈ, ਉਹਦੇ 'ਚ ਇਹ ਪ੍ਰੋਵੀਜ਼ਨ ਹੈ ਕਿ ਪ੍ਰੈਜ਼ੰਪਸ਼ਨ ਹੋਵੇ ਕਿਸੇ ਐਡਵੋਕੇਟ ਦੀ ਜਦ ਪ੍ਰਿਵਿਲੇਜ ਡਿਸਟਰਬ ਹੋਵੇ ਤਾਂ ਪ੍ਰੈਜ਼ੰਪਸ਼ਨ ਹੋਵੇ ਕਿ ਵੀ ਉਹ ਪ੍ਰਿਵਿਲੇਜ ਧੱਕੇ ਨਾਲ ਲਿੱਤੀ ਗਈ ਹੈ। ਡਾਕੂਮੈਂਟ ਫਰਜ਼ ਕਰੋ ਸਰਕਾਰ ਜਾਂ ਕੋਈ ਇਨਵੈਸਟੀਗੇਟਿੰਗ ਏਜੰਸੀ ਲੈ ਜਾਂਦੀ ਹੈ, ਮੰਨਿਆ ਜਾਊਗਾ ਧੱਕੇ ਨਾਲ ਲਿੱਤੀ ਗਈ ਹੈ। ਫਿਰ ਉਹਦੇ 'ਚ ਪੁਲਿਸ ਪ੍ਰੋਟੈਕਸ਼ਨ ਦਾ ਹੈ ਕਿ ਜੇ ਇਨ ਕੇਸ ਸਰਕਾਰ ਨੂੰ ਪ੍ਰੋਬਲਮ, ਜੇ ਕਿਸੇ ਵਕੀਲ ਨੂੰ ਪ੍ਰੋਬਲਮ ਆਵੇ, ਉਹ ਸਰਕਾਰ ਕੋਲੇ ਗੁਹਾਰ ਲਾਵੇ ਐਡਵੋਕੇਟ ਜਨਰਲ ਰਾਹੀਂ ਜਾਂ ਕਿਸੇ ਇਹੋ ਜਿਹੀ ਸੰਸਥਾ ਰਾਹੀਂ ਜਿਹੜੀ ਕਿ ਜਿਹਦੇ ਕੋਲੇ ਕੋਈ ਸਰਕਾਰੀ ਮਾਨਤਾ ਹੋਵੇ, ਤੇ ਉਹਨੂੰ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਜਾਵੇ। ਤੇ ਉਹਦਾ ਜੋ ਵੀ ਇਹੋ ਜਿਹੀ ਪ੍ਰੋਸੀਕਿਊਸ਼ਨ ਹੋਵੇ ਜਿਨ੍ਹਾਂ ਲੋਕਾਂ ਦੇ ਖਿਲਾਫ, ਜੇ ਕਿਸੇ ਵਕੀਲ ਨੂੰ ਫਾਲਸਲੀ ਕੋਈ ਉਹਦੇ ਉੱਤੇ ਕੇਸ ਵੀ ਪੈ ਜਾਂਦਾ ਤਾਂ ਉਹਨਾਂ ਕੇਸਿਸ ਦਾ ਛੇਤੀ ਨਿਵਾਰਨ ਹੋਵੇ। ਤਾਂ ਉਹਦੀ ਪ੍ਰੀਲਿਮਿਨਰੀ ਇਨਕੁਆਇਰੀ ਕੇਸ ਰਜਿਸਟਰ ਕਰਨ ਤੋਂ ਪਹਿਲਾਂ ਕਿ ਇਹੋ ਜਿਹੀ ਅਥਾਰਟੀਜ਼ ਕੋਲੋਂ ਹੋਵੇ ਜਿਹੜੇ ਕਿ ਸਮਝ ਸਕਣ ਕਿ ਵਕੀਲਾਂ ਦੀ ਲਾਈਨ ਆਫ ਡਿਊਟੀ ਇਹੋ ਜਿਹੀ ਹੈ। ਪਿਛਲੇ ਦਿਨਾਂ ਵਿੱਚ ਇੱਥੇ ਵੀ ਦੇਖਣ ਨੂੰ ਮਿਲਿਆ ਕੁਝ ਇਹੋ ਜਿਹੇ ਸੈਂਸਿਟਿਵ ਕੇਸ ਸੀਗੇ ਜਾਂ ਹਾਈ ਪ੍ਰੋਫਾਈਲ ਕੇਸ ਸੀਗੇ ਜਿਹਦੇ ਵਿੱਚ ਕਿ ਡਿਫੈਂਸ ਲਾਇਰ ਜਿਹੜੇ ਤੁਹਾਡੇ ਵੱਲੋਂ, ਮਤਲਬ ਤੁਹਾਡੇ ਹੀ ਭਾਈਚਾਰੇ 'ਚ ਜਿਹੜੇ ਖੜੇ ਹੁੰਦੇ ਆ, ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਜਿਵੇਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀ ਨੇ, ਸੈਂਟਰਲ ਏਜੰਸੀਜ਼ ਨੇ, NIA ਹੈ, CBI ਹੈ, ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਵੀ ਕਾਫੀ ਉਹਨਾਂ ਦੀ ਗ੍ਰਿਲਿੰਗ ਕੀਤੀ ਜਾਂ ਉਹਨਾਂ ਨੇ ਉਹਨਾਂ ਨਾਲ ਜਿਹੜੀ ਹੈ ਪੁੱਛਗਿੱਛ ਕੀਤੀ। ਉਹ ਆ ਕੇ ਇਸ ਤਰ੍ਹਾਂ ਦੇ ਇੰਸਟੈਂਸਿਸ ਹੋਏ ਨੇ। ਇਹਦੇ ਲਈ ਵੀ ਕਾਫੀ ਫਿਰ ਸਹਾਇਕ ਹੋਏਗਾ ਸਾਰਾ ਐਕਟ, ਜਾਂ ਤੁਸੀਂ ਇਹਦੇ ਬਾਰੇ ਕਿਵੇਂ ਕਵਰ ਹੋਏਗਾ? ਜੀ, ਇਹਦੇ ਲਈ ਵੀ ਵੈਸੇ ਸਾਡਾ ਜਿਹੜਾ ਐਡਵੋਕੇਟਸ ਐਕਟ ਹੈ ਉਹ ਵੀ ਪ੍ਰੋਟੈਕਟ ਕਰਦਾ ਹੈ ਕਲਾਇੰਟ ਅਟਾਰਨੀ ਪ੍ਰਿਵਿਲੇਜ ਨੂੰ। ਜੇ ਤੁਸੀਂ ਵਰਲਡ ਲੈਵਲ ਤੇ ਇੰਟਰਨੈਸ਼ਨਲ ਹੋਰ ਕੰਟਰੀਜ਼ ਦੇ ਵਿੱਚ ਦੇਖੋ ਤਾਂ ਹਰ ਕਿਤੇ ਜਿਹੜੀ ਸਰਚ ਆਪਰੇਸ਼ਨ ਟੀਮ ਹੁੰਦੀ ਹੈ ਉਹਦੇ 'ਚ ਹਮੇਸ਼ਾ ਇੱਕ, ਜੇ ਫਰਜ਼ ਕਰੋ ਕਿਸੇ ਵਕੀਲ ਦੇ ਘਰ ਸਰਚ ਹੋਣੀ ਹੋਵੇ ਤਾਂ ਵਕੀਲ ਦੇ ਕੋਲੇ ਸੰਜੀਦੇ ਡਾਕੂਮੈਂਟ ਪਏ ਹੁੰਦੇ ਆ। ਜਿਵੇਂ ਮੇਰਾ ਕਲਾਇੰਟ ਮੇਰੇ ਕੋਲੇ ਆ ਕੇ ਉਹ ਹਰ ਚੀਜ਼ ਦੱਸੂਗਾ, ਜਦ ਤੱਕ ਦੱਸੂਗਾ ਨਹੀਂ ਉਹਦਾ ਮੈਂ ਨਿਵਾਰਨ ਕਿਵੇਂ ਕਰੂੰਗਾ। ਤਾਂ ਉਹ ਇਹੋ ਜਿਹੇ ਡਾਕੂਮੈਂਟ ਵੀ ਛੱਡ ਜਾਂਦਾ ਜਿਹੜੇ ਉਹਦੇ ਖਿਲਾਫ ਹੋਣ। ਉਹ ਇਨਵੈਸਟੀਗੇਟਿੰਗ ਏਜੰਸੀ ਲਈ ਬਹੁਤ ਅਹਿਮ ਡਾਕੂਮੈਂਟ ਹੁੰਦੇ ਆ। ਤਾਂ ਇੰਟਰਨੈਸ਼ਨਲ ਲੈਵਲ ਤੇ ਕਈ ਜਿਹੜੀ ਇਹੋ ਜਿਹੀ ਡਿਵੈਲਪਡ ਕੰਟਰੀਜ਼ ਨੇ ਉਹਦੇ 'ਚ ਸਰਚ ਐਂਡ ਸੀਜ਼ਰ ਜਿਹੜੀ ਟੀਮਸ ਹੁੰਦੀਆਂ ਇਨਵੈਸਟੀਗੇਟਿੰਗ, ਉਹਦੇ 'ਚ ਜੇ ਕਿਸੇ ਵਕੀਲ ਦੇ ਘਰ ਸਰਚ ਕਰਨੀ ਹੋਵੇ ਤਾਂ ਇੱਕ ਪ੍ਰਿਵਿਲੇਜ ਆਫਿਸਰ ਨਾਲ ਜਾਂਦਾ। ਉਹ ਜਾ ਕੇ ਦੱਸਦਾ ਕਿ ਹਾਂ ਇਹ ਡਾਕੂਮੈਂਟ ਪ੍ਰਿਵਿਲੇਜਡ ਹੈ ਜੀ, ਇਹ ਤੁਸੀਂ ਨਹੀਂ ਛੇੜਨਾ, ਇਹ ਐਵੀਡੈਂਸ ਪ੍ਰਿਵਿਲੇਜਡ ਹੈ, ਇਹ ਪਾਰਟ ਆਫ ਕੋਰਟ ਰਿਕਾਰਡ ਹੈ, ਇਹ ਨਹੀਂ ਛੇੜਨਾ। ਤਾਂ ਉਹ ਡਿਸਾਈਫਰ ਕਰ ਸਕਦਾ। ਇਹੋ ਜਿਹੀ ਟ੍ਰੇਨਿੰਗ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ ਸ਼ਾਇਦ ਹੀ ਕਿਸੇ ਏਜੰਸੀ ਕੋਲੇ ਹੋਵੇ। ਤੇ ਜੇ ਨਹੀਂ ਹੈ ਤਾਂ ਜਿਹੜਾ ਰਾਜਸਥਾਨ ਵਾਲਾ ਬਿੱਲ ਪਾਸ ਹੋਇਆ ਹੈ, ਜਿਹੜਾ ਅਸੀਂ ਬਿੱਲ ਪ੍ਰਪੋਜ਼ ਕਰ ਰਹੇ ਹਾਂ, ਉਹਦੇ 'ਚ ਵੀ ਅਸੀਂ ਇਹੀ ਪ੍ਰਪੋਜ਼ ਕਰ ਰਹੇ ਹਾਂ ਕਿ ਜਿਹੜੀ ਵੀ ਐਡਵੋਕੇਟ ਤੇ ਕਲਾਇੰਟ ਦੀ ਜਿਹੜੀ ਪ੍ਰਿਵਿਲੇਜ ਕਮਿਊਨੀਕੇਸ਼ਨ ਹੋਵੇ, ਉਹ ਕਮਿਊਨੀਕੇਸ਼ਨ ਜੇ ਕਿਸੇ ਵੀ ਇਨਵੈਸਟੀਗੇਟਿੰਗ ਏਜੰਸੀ ਕੋਲੇ ਉਹ ਫੜੀ ਜਾਵੇ ਤਾਂ ਮੰਨਿਆ ਜਾਵੇ ਕਿ ਉਹ ਧੱਕੇ ਨਾਲ ਲਿੱਤੀ ਗਈ ਹੈ।
ਜਿਵੇਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਵੀ ਐਮਐਲਏਜ਼ ਜਾਂ ਵਿਧਾਇਕ ਆਏ ਨੇ ਉਹਨਾਂ ਚੋਂ ਕਾਫੀ ਸਾਰੇ ਜਿਹੜੇ ਨੇ ਉਹ ਐਡਵੋਕੇਟਸ ਨੇ, ਹਰਿਆਣਾ ਵਿੱਚ ਵੀ ਨੇ। ਪਰ ਜੇ ਦੇਸ਼ ਦੀ ਗੱਲ ਕਰ ਲਈਏ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਵਕੀਲ ਨੇ, ਨਾਮਵਰ ਵਕੀਲ ਨੇ ਜਿਹੜੇ ਕਿ ਉੱਥੇ ਐਮਪੀ ਬਣ ਕੇ ਗਏ ਹੋਏ ਹੈ। ਬਹੁਤ ਲੰਬਾ ਸਫ਼ਰ ਹੈਗਾ ਹੈ ਔਰ ਖਾਸ ਕਰਕੇ ਕਾਫੀ ਵਕੀਲਾਂ ਨੇ ਸਿਆਸਤ ਦੇ ਵਿੱਚ ਆਪਣਾ ਜਿਹੜਾ ਮੁਕਾਮ ਹਾਸਿਲ ਵੀ ਕੀਤਾ ਹੈ ਤੇ ਉਹਨਾਂ ਨੇ ਉੱਥੇ ਇਸ ਤਰ੍ਹਾਂ ਦੀ ਗੱਲ ਜਾਂ ਵਕੀਲਾਂ ਦੇ ਐਕਟ ਦੀ, ਕਿਉਂਕਿ ਇਹ ਬਹੁਤ 2023 ਆ ਗਿਆ, ਹਜੇ ਤੱਕ ਕੋਈ ਪੈਰਵਾਈ ਕੀਤੀ ਕਿਉਂ ਨਹੀਂ? ਇਸ ਗੱਲ ਤੇ ਵਕੀਲਾਂ ਨੇ ਪੈਰਵਾਈ ਕੀਤੀ ਕਿਉਂ ਨਹੀਂ? ਜੀ, ਇਹ ਵੈਸੇ ਪੈਰਵਾਈ ਮੇਰੇ ਹਿਸਾਬ ਨਾਲ ਕਈ ਲੈਵਲਸ ਤੇ ਕਈ ਵਾਰੀ ਹੋ ਚੁੱਕੀ ਹੈ। ਇਹ ਜਿਹੜਾ ਰਾਜਸਥਾਨ ਦਾ ਬਿੱਲ ਪਾਸ ਹੋਇਆ ਹੈ, ਇਹ ਆਫਟਰ ਮਚ ਈਅਰਸ ਆਫ ਸਟਰਗਲ ਹੋਇਆ, ਮਚ ਈਅਰਸ, ਕਈਆਂ ਦੇ ਬਲਿਦਾਨ ਚਲੇ ਗਏ, ਕਈ ਐਡਵੋਕੇਟਸ ਦੇ ਡੈਥ ਹੋ ਗਈ। ਦੇਖੋ, ਹਰ ਕਮਿਊਨਿਟੀ ਆਪਦੇ ਵਿੱਚ, ਹਰ ਪਰਿਵਾਰ ਦਾ ਜੀ, ਇੱਕ ਬੱਚੇ ਨੂੰ ਹੀ ਪਤਾ ਹੈ ਕਿ ਉਹਦੇ ਬਾਪ ਦੀ ਇੰਪੋਰਟੈਂਸ ਕੀ ਹੈ, ਇੱਕ ਵਾਈਫ ਨੂੰ ਹੀ ਪਤਾ ਹੈ ਹਾਊ ਇੰਪੋਰਟੈਂਟ ਇਜ਼ ਦੀ ਹਸਬੈਂਡ। ਸਾਡੇ ਪਰਿਵਾਰ ਦੇ ਵਿੱਚ, ਕਿਉਂਕਿ ਸਾਡੀ ਰਿਸਪੌਂਸਿਬਿਲਿਟੀ ਹੈ, ਹਰ ਪ੍ਰੋਫੈਸ਼ਨਲ ਦੀ ਇੱਕ ਬੋਡੀ ਹੁੰਦੀ ਹੈ, ਉਸ ਪ੍ਰੋਫੈਸ਼ਨਲ ਦੀ ਬੋਡੀ ਦੀ ਜਿਹੜੀ, ਹੁਣ ਜਿਵੇਂ ਮੈਂ ਹੈੱਡ ਹੈ ਤਾਂ ਮੈਨੂੰ ਪਤਾ ਹੈ ਕਿ ਮੈਂ ਡੇਲੀ ਬੇਸਿਸ 'ਤੇ ਇਹੋ ਜਿਹੀ ਕਿੰਨੀ ਇੰਸਟੈਂਸਿਸ ਦੇਖਦਾ ਜਿੱਥੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਚੀਜ਼ ਲਈ ਬਚਣਾ ਚਾਹੀਦਾ। ਤਾਂ ਇਹ ਇੰਸਟੈਂਸਿਸ ਪਿਛਲੇ 5-7 ਸਾਲ ਤੋਂ ਕਾਫੀ ਵੱਧ ਗਏ ਸੀ। ਤਾਂ ਕਈ ਸਟੇਟਸ ਦੇ ਵਿੱਚ ਆਫਟਰ ਮਚ ਐਜੀਟੇਸ਼ਨ ਇਹੋ ਜਿਹੇ ਬਿਲਸ ਰੱਖੇ ਵੀ ਗਏ, ਕਈਆਂ ਦੇ ਵਿੱਚ ਸਕਸੀਡ ਵੀ ਹੋਏ, ਜਿਵੇਂ ਰਾਜਸਥਾਨ ਦੇ ਵਿੱਚ ਸਕਸੀਡ ਹੋਇਆ। ਰਾਜਸਥਾਨ ਦਾ ਬਿੱਲ ਆਏ ਤਾਂ ਇਹ ਨਹੀਂ ਕਿ ਸਰਕਾਰ ਆਪ ਲੈ ਕੇ ਆਈ, ਉੱਥੇ ਰਾਜਸਥਾਨ ਦੇ ਵਕੀਲਾਂ ਨੇ ਐਜੀਟੇਸ਼ਨ ਕੀਤੀ, ਕਿਉਂਕਿ ਉੱਥੇ ਇੱਕ ਵਕੀਲ ਨੂੰ ਸਟੈਬ ਕੀਤਾ ਗਿਆ ਪਬਲਿਕ ਬ੍ਰੌਡ ਡੇ ਲਾਈਟ ਦੇ ਵਿੱਚ, ਤੇ ਉਹ ਜਿਹੜੀ ਸਟੈਬਿੰਗ ਸੀ, ਚਾਕੂ ਮਾਰਨਾ ਸੀਗਾ, ਉਹ ਕੈਪਚਰ ਹੋ ਗਿਆ ਸੀਸੀਟੀਵੀ 'ਚ। ਤਾਂ ਉਹ ਕਾਫੀ ਅਪਰੋਰ ਹੋ ਗਿਆ, ਕਾਫੀ ਇਸ ਗੱਲ ਦੀ ਪ੍ਰੋਬਲਮ ਹੋ ਗਈ। ਤਾਂ ਉਹਨਾਂ ਨੇ ਕਾਫੀ ਦੇਰ ਤੱਕ ਹੜਤਾਲ ਕੀਤੀ, ਆਲਦੋ ਵੈਰੀ ਪੀਸਫੁਲ ਪ੍ਰੋਟੈਸਟ। ਤਾਂ ਉਸ ਤੋਂ ਬਾਅਦ ਜਾ ਕੇ ਬਿੱਲ ਪਾਸ ਹੋਇਆ। ਤੇ ਇਹੋ ਜਿਹੇ ਕਈ ਸਟੇਟਸ ਨੇ ਜਿੱਥੇ ਇਹੋ ਜਿਹੇ, ਜਿਵੇਂ ਤੇਲੰਗਾਨਾ ਦੇ ਵਿੱਚ ਇੱਕ ਐਡਵੋਕੇਟ ਦੀ ਬ੍ਰੌਡ ਡੇ ਲਾਈਟ ਦੇ ਵਿੱਚ ਹਸਬੈਂਡ ਵਾਈਫ ਦੋਨਾਂ ਦੀ ਡੈਥ ਹੋ ਗਈ ਸੀ। ਸਾਡੇ ਕੋਲ ਇਹੋ ਜਿਹੇ ਬੜੇ ਇੰਸੀਡੈਂਟਸ ਨੇ, ਜੇ ਅਸੀਂ ਤੁਹਾਨੂੰ ਦਈਏ ਕਿ ਐਡਵੋਕੇਟਸ ਦੇ ਘਰ ਅਟੈਕ ਹੋ ਗਏ, ਐਡਵੋਕੇਟਸ ਦੇ ਦਫ਼ਤਰ ਦੇ ਵਿੱਚ ਅਟੈਕ ਹੋ ਗਏ। ਸਾਡੇ ਕੋਲ ਇਹੋ ਜਿਹੇ ਵੀ ਇੰਸੀਡੈਂਟ ਆਉਂਦੇ ਨੇ ਕਿ ਪੁਲਿਸ ਪਟਿਆਲੇ ਦਾ ਇੰਸੀਡੈਂਟ ਹੈ, ਪੁਲਿਸ ਐਡਵੋਕੇਟ ਦੇ ਚੇਂਬਰ ਦੇ ਵਿੱਚ ਵਕੀਲ, ਇੱਕ ਅਕਿਊਜ਼ਡ ਆ ਗਿਆ ਸੀ ਜਿਹਨੇ ਐਂਟੀਸਪੇਟਰੀ ਬੇਲ ਫਾਈਲ ਕਰਨੀ ਸੀ, ਤੇ ਪੁਲਿਸ ਉਹ ਡਾਕੂਮੈਂਟ ਸਾਈਨ ਕਰਨ ਚੇਂਬਰ 'ਚ ਆਇਆ ਹੋਣਾ, ਪੁਲਿਸ ਨੇ ਉਹ ਚੇਂਬਰ 'ਚੋਂ ਹੀ ਉਹਨੂੰ ਚੱਕ ਕੇ ਲੈ ਗਏ। ਹਾਂ, ਬਟ ਪ੍ਰੋਬਲਮ ਇਹ ਹੈ, ਹੁਣ ਜੇ ਤੁਸੀਂ 438 ਦਾ ਪ੍ਰੋਵੀਜ਼ਨ ਦਿੱਤਾ CRPC 'ਚ, ਜੇ ਸਰਕਾਰ, ਜੇ ਲੈਜਿਸਲੇਸ਼ਨ ਆਪ ਕਹਿ ਰਹੀ ਹੈ ਕਿ ਐਂਟੀਸਪੇਟਰੀ ਬੇਲ ਫਾਈਲ ਕਰ ਸਕਦੇ, ਤਾਂ ਐਂਟੀਸਪੇਟਰੀ ਬੇਲ ਫਾਈਲ ਕਰਨ ਲਈ ਸਾਈਨ ਤਾਂ ਕਰਨੇ ਪੈਣਗੇ। ਤਾਂ ਜੇ ਉਹਨੂੰ ਪੁਲਿਸ ਚੇਂਬਰੋਂ ਚੱਕਣ ਲੱਗ ਜੂਗੀ, ਹੁਣ ਇਹੋ ਜਿਹੇ ਬਹੁਤ ਛੋਟੇ ਮੁੱਦੇ ਹੈ। ਤਾਂ ਇਹ ਅਕਿਊਮੂਲੇਸ਼ਨ ਹੈ ਜਿਹੜਾ ਕਿ ਤੁਹਾਨੂੰ ਅਸੀਂ ਅੱਜ ਤੰਗ ਕੀਤਾ। ਨਹੀਂ, ਇਸ ਦੇ ਨਾਲ ਇੱਕ ਵੀ ਲਾਸਟ ਮੇਰਾ ਸਵਾਲ ਹੈਗਾ ਕਿ ਜੇ, ਕਿਉਂਕਿ ਤੁਸੀਂ ਗੱਲ ਕੀਤੀ ਕਿ ਬੜੀ ਸਟਰਗਲ ਕਰਨੀ ਪਈ, ਰਾਜਸਥਾਨ ਵੀ ਧਰਨੇ ਮੁਜ਼ਾਹਰੇ ਲਾਣੇ ਪਏ, ਵਕੀਲਾਂ ਨੂੰ ਵੀ ਧਰਨੇ ਮੁਜ਼ਾਹਰੇ ਲਾ ਕੇ ਆਪਣੀ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ। ਤੁਸੀਂ ਇਸ ਦੇ ਵਿੱਚ ਹੁਣ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦੇ ਬਾਅਦ ਤੁਸੀਂ ਕੀ ਇਨਐਕਸ਼ਨ ਕੀ ਕਰੋਗੇ? ਤੁਸੀਂ ਪੀਸਫੁਲ ਪ੍ਰੋਟੈਸਟ ਤੇ ਬੈਠੋਗੇ ਜਾਂ ਕੋਈ ਹੋਰ ਗੰਭੀਰ ਐਕਸ਼ਨ ਤੇ ਵੀ ਜਾ ਸਕਦੇ ਹੋ? ਕੀ ਕਰੋਗੇ? ਜੀ, ਵੈਸੇ ਤਾਂ ਸਾਡਾ ਇਹ ਮੰਨਣਾ ਹੈ ਜੀ, ਕਿਉਂਕਿ ਅਸੀਂ ਰੂਲ ਆਫ ਲਾਅ ਦੇ ਅਧੀਨ ਚੱਲਣ ਵਾਲੇ ਲੋਕ ਹੈ, ਸਾਡਾ ਇਹ ਮੰਨਣਾ ਹੈ ਕਿ ਹਰ ਚੀਜ਼, ਸਰਕਾਰ ਸਾਡੀ ਹੀ ਸਰਕਾਰ ਹੈ ਤੇ ਸਰਕਾਰ ਦਾ ਕੰਮ ਹੈ ਆਪਦੇ ਲੋਕਾਂ ਦੀ ਪ੍ਰੋਟੈਕਸ਼ਨ ਦੇਣੀ। ਅਸੀਂ ਕੋਈ ਲਹਿਦੀ ਪ੍ਰੋਟੈਕਸ਼ਨ ਨਹੀਂ ਮੰਗ ਰਹੇ, ਅਸੀਂ ਆਪਦੀ ਸਰਵਿਸਿਜ਼ ਦਿਖਾ ਰਹੇ ਹਾਂ, ਸਾਡਾ ਪਾਸਟ ਰਿਕਾਰਡ ਦਿਖਾ ਰਹੇ ਹਾਂ ਤੇ ਕਰੰਟ ਸਟੈਟਿਸਟਿਕਸ ਦਿਖਾ ਰਹੇ ਹਾਂ ਜਿਹਦੇ ਵਿੱਚ ਵਕੀਲਾਂ ਤੇ ਅਟੈਕ ਹੋਏ ਨੇ, ਉਹਨਾਂ ਦੀ ਫੈਮਲੀਜ਼ ਤੇ ਅਟੈਕ ਹੋਏ ਨੇ। ਤਾਂ ਅਸੀਂ ਉਸੇ ਅਧੀਨ ਤੇ ਆਪਦੀ ਸਰਕਾਰ ਕੋਲੋਂ ਮੰਗ ਰਹੇ ਹਾਂ। ਵੈਸੇ ਤਾਂ ਸਾਨੂੰ ਪੂਰੀ ਉਮੀਦ ਹੈ ਸਰਕਾਰ ਸਾਡੀ ਮੰਗ ਮੰਨੂਗੀ, ਪਰ ਜੇ ਇਨ ਕੇਸ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਪੀਸਫੁਲ ਤਰੀਕੇ ਦੇ ਨਾਲ ਆਪਦੀ ਪ੍ਰੋਟੈਸਟ ਸਰਕਾਰ ਦੇ ਸਾਹਮਣੇ ਗੱਲ ਰੱਖਣ ਲਈ ਕਰਾਂਗੇ, ਵਿਦਆਊਟ ਅਬਸਟੇਨਿੰਗ ਐਨੀ ਕੋਰਟ ਵਰਕ। ਪਬਲਿਕ ਨੂੰ ਵਿਦਆਊਟ ਉਹਨਾਂ ਤੱਕ ਇਨਸਾਫ ਪਹੁੰਚੇ, ਉਹਨਾਂ ਨੂੰ ਉਸ ਚੀਜ਼ ਨੂੰ ਅਸੀਂ ਹਿੰਡਰ ਜਾਂ ਡਿਸਟਰਬ ਕਿਸੇ ਤਰੀਕੇ ਨਹੀਂ ਹੋਣ ਦੇਵਾਂਗੇ। ਸਾਡੀ ਉਮੀਦ ਤੇ ਕੋਸ਼ਿਸ਼ ਇਹੀ ਰਹੂਗੀ ਕਿ ਕਿਸੇ ਨੂੰ ਵਿਦਆਊਟ ਡਿਸਟਰਬੈਂਸ ਅਸੀਂ ਆਪਦੀ ਗੱਲ ਸਰਕਾਰ ਤੱਕ ਪੀਸਫੁਲ ਤਰੀਕੇ ਨਾਲ ਪਹੁੰਚਾਈਏ। ਤੇ ਜੇ ਇਨ ਕੇਸ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਅਸੀਂ ਮਹਾਪੰਚਾਇਤ ਚੰਡੀਗੜ੍ਹ ਦੇ ਵਿੱਚ ਬੁਲਾਵਾਂਗੇ, ਜਿਹਨੂੰ ਕਿ ਅਸੀਂ ਮਾਸ ਕੰਗਰੀਗੇਸ਼ਨ ਕਹਿ ਦਿੰਦੇ ਹਾਂ। ਉਸ ਮਾਸ ਕੰਗਰੀਗੇਸ਼ਨ ਮਹਾਪੰਚਾਇਤ ਦੇ ਵਿੱਚ ਅਸੀਂ ਸਾਰੇ ਵਕੀਲ ਇਕੱਠੇ ਹੋ ਕੇ ਇਸ ਚੀਜ਼ ਦਾ ਪ੍ਰਣ ਲਵਾਂਗੇ, ਰਿਜ਼ੋਲਵ ਲਵਾਂਗੇ ਕਿ ਅਸੀਂ ਸਟੇਟ ਵਾਈਡ ਐਜੀਟੇਸ਼ਨ ਕੰਟੀਨਿਊ ਕਰਨੀ ਹੈ ਜਦ ਤੱਕ ਸਰਕਾਰ, ਦੋਨੇ ਸਰਕਾਰਾਂ ਪੰਜਾਬ ਤੇ ਹਰਿਆਣਾ, ਆਪਦੇ ਸਟੇਟ ਅਸੈਂਬਲੀ ਦੇ ਵਿੱਚ ਇਸ ਬਿੱਲ ਨੂੰ ਨਹੀਂ ਰੱਖਦੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਮਹਾਵੀਰ ਜਯੰਤੀ ਦੀ ਤੁਹਾਨੂੰ ਸ਼ੁਭਕਾਮਨਾਵਾਂ। ਸਾਡੇ ਨਾਲ ਸੀਗੇ ਸੁਵੀਰ ਸਿੱਧੂ, ਜਿਹੜੇ ਕਿ ਚੇਅਰਮੈਨ ਨੇ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਦੇ, ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇੱਕ ਬਿੱਲ ਲੈ ਕੇ ਆ ਰਹੇ ਨੇ ਲਾਇਰਸ ਦੀ ਪ੍ਰੋਟੈਕਸ਼ਨ ਦੇ ਲਈ, ਐਡਵੋਕੇਟ ਪ੍ਰੋਟੈਕਸ਼ਨ 2023,
ਤੇ ਉਹਦੇ ਨਾਲ ਹੀ ਉਹ ਗੱਲਬਾਤ ਕਰ ਰਹੇ ਨੇ ਕਿ ਕਿਉਂਕਿ ਅਟੈਕਸ ਹੁੰਦੇ ਹੈ ਵਕੀਲਾਂ ਤੇ ਪਿਛਲੇ ਦਿਨ ਬਹੁਤ ਇੰਸਟੈਂਸਿਸ ਹੋਏ ਹੈ, ਉਸਦੇ ਨਾਲ ਹੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਵਕੀਲਾਂ ਨੂੰ ਵੀ ਝੇਲਣੀਆਂ ਪੈਂਦੀਆਂ। ਉਹ ਪੀਸਫੁਲ ਮਾਈਂਡ ਦੇ ਤਰੀਕੇ ਦੇ ਨਾਲ ਜਾਂ ਆਪਣੇ ਫਰੀडम ਆਫ ਐਕਸਪ੍ਰੈਸ਼ਨ ਦੇ ਨਾਲ ਜਾਂ ਲਾਈਨ ਆਫ ਡਿਊਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਇੱਕ ਸਪੇਸ ਮਿਲਣੀ ਚਾਹੀਦੀ ਹੈ। ਖਾਸ ਕਰਕੇ ਤਰ੍ਹਾਂ ਦੇ ਕਲਾਇੰਟਸ ਦੇ ਨਾਲ ਉਹਨਾਂ ਨੇ ਕੰਮਕਾਜ ਕਰਨਾ ਹੈਗਾ। ਉਹਦੇ ਵਿੱਚ ਹਾਰਡਕੋਰ ਵੀ ਹੋ ਸਕਦੇ ਹੈ, ਹਾਈ ਪ੍ਰੋਫਾਈਲ ਕੇਸਿਸ ਵੀ ਹੋ ਸਕਦੇ ਹੈ। ਉਹ ਸਭ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਨੂੰ ਉਹ ਸਪੇਸ ਮਿਲ ਸਕੇ ਜਿਹਦੇ ਨਾਲ ਕਿ ਉਹ ਆਪਣਾ ਕੰਮ ਜਿਹੜਾ ਸ਼ਾਂਤੀ ਨਾਲ ਔਰ ਪੂਰੇ ਪ੍ਰੀਸਾਈਜ਼ ਤਰੀਕੇ ਦੇ ਨਾਲ ਕਰ ਸਕਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਰਕਾਰਾਂ ਇਹ ਜਿਹੜੀਆਂ ਬਿੱਲ ਨਹੀਂ ਟੇਬਲ ਕਰਦੀਆਂ ਔਰ ਉਹਦੇ ਬਾਅਦ ਐਕਟ ਨਹੀਂ ਬਣਦਾ ਤਾਂ ਅਸੀਂ ਡੈਫੀਨੇਟਲੀ ਐਜੀਟੇਸ਼ਨ ਕਰਾਂਗੇ, ਅਸੀਂ ਪੀਸਫੁਲ ਪ੍ਰੋਟੈਸਟ ਤੇ ਬੈਠਾਂਗੇ ਔਰ ਨਾਲ ਹੀ ਉਹਦੇ ਨਾਲ ਆਪਣੀ ਗੱਲ ਜਿਹੜੀ ਹੈ ਪੂਰੇ ਤਰੀਕੇ ਨਾਲ ਸਰਕਾਰ ਤੋਂ ਪਹੁੰਚਾ ਕੇ ਰਵਾਂਗੇ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।